ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਐਮਏ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੇਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ ਬੀ ਦੇ ਪੇਪਰ ਦਾ ਨਮੂਨਾ ਪ੍ਰਸ਼ਨ ਪੱਤਰ ਵਿਦ ਸੋਲਿਊਸ਼ਨ ਲੈ ਕੇ ਆ ਚੁੱਕੇ ਹਾਂ। ਹਾਂਜੀ ਦੋਸਤੋ ਇਸ ਤਰ੍ਹਾਂ ਦੇ ਹੋਰ ਵੀ ਸੈਂਪਲ ਪੇਪਰ ਦੇ ਵੀਡੀਓਜ਼ ਆਪਾਂ ਅਪਲੋਡ ਕਰਾਂਗੇ, ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ऑल ਤੇ ਪ੍ਰੈਸ कर लेना। ਜਿਹੜਾ पेपर ਆਪਾਂ ਨੂੰ 3 ਘੰਟੇ ਦੇ ਵਿੱਚ ਕੰਪਲੀਟ ਕਰਨਾ ਤੇ 35 ਅੰਕਾਂ ਦਾ ਆਪਣਾ पेपर ਹੋਣ ਵਾਲਾ ਹੈ। ਸਾਰਿਆਂ ਤੋਂ ਪਹਿਲਾਂ ਆਪਾਂ ਨੂੰ 2 ਅੰਕ ਸੁੰਦਰ ਲਿਖਾਈ ਦੇ ਨਿਰਧਾਰਿਤ ਕੀਤੇ ਗਏ ਹਨ ਤੇ ਪੁਆਇੰਟ 2 ਤੇ ਪ੍ਰਸ਼ਨ ਪੱਤਰ ਦੇ ਕੁੱਲ 9 ਪ੍ਰਸ਼ਨ ਹੋਣਗੇ। ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹੋਣਗੇ। ਸਾਰਿਆਂ ਤੋਂ ਪਹਿਲਾਂ 2 ਅੰਕ ਜਿਹੜੇ ਆਪਾਂ ਨੂੰ ਸੁੰਦਰ ਲਿਖਾਈ ਦੇ ਦਿੱਤੇ ਗਏ ਨੇ, ਉਸ ਤੋਂ ਬਾਅਦ ਵਸਤੂਨਿਸ਼ਟ ਪ੍ਰਸ਼ਨ ਜਿਹੜੇ 1-2 ਸ਼ਬਦਾਂ ਵਿੱਚ ਉੱਤਰ ਦਿਓ। 5 ਅੰਕਾਂ ਦੇ ਜਿਹੜੇ ਆਪਾਂ ਨੂੰ ਇਹ ਪੁੱਛੇ ਗਏ ਨੇ। ਨੰਬਰ 1 ਹੈਗਾ ਪੰਜਾਬੀ ਵਿੱਚ ਕਿੰਨੀਆਂ ਸਵਰ ਧੁਨੀਆਂ ਹਨ। ਇਸ ਦਾ ਆਨਸਰ ਹੈਗਾ ਆਪਣਾ 10 ਸਵਰ ਧੁਨੀਆਂ ਜਿਹੜੀਆਂ ਪੰਜਾਬੀ ਦੇ ਵਿੱਚ ਹਨ। ਦੂਜਾ ਹੈਗਾ ਆਪਣਾ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਮਾਤਰਾਵਾਂ ਹਨ। ਦੂਜੇ ਦਾ ਰਾਈਟ ਆਨਸਰ ਹੈਗਾ ਇਸ ਦਾ ਵੀ 10 ਆਪਣਾ। ਉਸ ਤੋਂ ਬਾਅਦ ਹੈਗਾ ਸਹੀ ਗਲਤ ਦੀ ਚੋਣ ਕਰੋ। ਨੰਬਰ 3 ਹੈਗਾ ਹਮਦਰਦੀ ਵਸਤੂਵਾਚਕ ਨਾਮ ਹੈ, ਕੀ ਇਹ ਕਥਨ ਸਹੀ ਹੈ। ਇਸ ਦਾ ਆਨਸਰ ਹੈਗਾ ਗਲਤ। ਅੱਗੇ ਆਪਣਾ ਹੈਗਾ ਹੇਠ ਲਿਖੇ ਵਾਕਾਂ ਦੀ ਬ੍ਰੈਕਟ ਵਿੱਚ ਦਿੱਤੇ ਗਏ ਸਹੀ ਸ਼ਬਦ ਨਾਲ ਖਾਲੀ ਥਾਂ ਭਰੋ। ਤਾਂ ਇਸ ਦਾ ਜਿਹੜਾ ਆਨਸਰ ਆਪਣਾ ਚਾਨਣ ਜਿਹੜਾ ਆ ਜਾਊਗਾ। ਤੁਸੀਂ ਦੇਖ ਸਕਦੇ ਹੋ PDF ਤੁਹਾਨੂੰ ਜਿਹੜਾ ਟੈਲੀਗ੍ਰਾਮ ਚੈਨਲ 'ਤੇ ਪ੍ਰੋਵਾਈਡ ਕਰਾ ਦੇਵਾਂਗੇ। ਟੈਲੀਗ੍ਰਾਮ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣਾ। ਅਤੇ ਉਸ ਤੋਂ ਅੱਗੇ ਪ੍ਰਸ਼ਨ ਨੰਬਰ 3 ਹੈਗਾ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਵਿਸ਼ੇ 'ਤੇ ਲਗਭਗ 150 ਸ਼ਬਦਾਂ ਦਾ ਲੇਖ ਲਿਖੋ। 6 ਅੰਕਾਂ ਦਾ ਜਿਹੜਾ ਆਪਾਂ ਨੂੰ ਲੇਖ ਦੇਖਣ ਨੂੰ ਮਿਲੂਗਾ। ਇਸ ਦੇ ਵਿੱਚ ਆਪਾਂ ਨੂੰ 3 ਆਪਸ਼ਨਾਂ ਦਿੱਤੀਆਂ ਗਈਆਂ ਨੇ, ਵਿਦਿਆਰਥੀ ਅਤੇ ਅਨੁਸ਼ਾਸਨ, ਪ੍ਰਦੂਸ਼ਣ ਦੀ ਸਮੱਸਿਆ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ ਇਸ 'ਚ ਆਪਾਂ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 'ਤੇ ਲੇਖ ਜਿਹੜਾ ਲਿਖ ਕੇ ਦਿਖਾਵਾਂਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਦੇ ਇਤਿਹਾਸ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਆਪ ਸਿੱਖਾਂ ਦੇ 10ਵੇਂ ਅਤੇ ਅੰਤਿਮ ਗੁਰੂ ਹੋਏ ਹਨ। ਆਪ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਬਚਪਨ ਵਿੱਚ ਆਪ ਬਾਲਕਾਂ ਦੀਆਂ ਫੌਜਾਂ ਬਣਾ ਕੇ ਇੱਕ ਦੂਸਰੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਕੀ ਜਾਣਦਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਹਥਿਆਰਬੰਦ ਟੱਕਰ ਲਾਵੇਗਾ। 1672 ਈਸਵੀ ਵਿੱਚ ਆਪ ਦੇ ਪਿਤਾ ਜੀ ਪਟਨੇ ਨੂੰ ਛੱਡ ਕੇ ਅਨੰਦਪੁਰ ਆ ਗਏ। ਇੱਥੇ ਆਪ ਦੇ ਪਿਤਾ ਨੇ ਆਪ ਨੂੰ ਸ਼ਸਤਰ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ। ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਸਹਾਇਤਾ ਲਈ ਆਏ। ਉਸ ਸਮੇਂ ਆਪ ਕੇਵਲ 9 ਸਾਲ ਦੇ ਸਨ। ਆਪ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਦੇ ਵਿਰੁੱਧ ਕੁਰਬਾਨੀ ਦੇਣ ਲਈ ਭੇਜ ਦਿੱਤਾ। ਪਿਤਾ ਦੀ ਸ਼ਹੀਦੀ ਤੋਂ ਪਿੱਛੋਂ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ 10ਵੇਂ ਵਾਰਸ ਬਣੇ। ਆਪ ਨੇ ਜ਼ਾਲਮ ਮੁਗਲ ਰਾਜ ਨੂੰ ਖਤਮ ਕਰਨ ਲਈ ਸਿੱਖ ਕੌਮ ਨੂੰ ਇਕਮੁੱਠ ਕੀਤਾ ਤੇ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ। ਆਪ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਦਰਸ਼ਨ ਲਈ ਆਉਂਦੇ ਸਮੇਂ ਉਹਨਾਂ ਲਈ ਘੋੜੇ ਤੇ ਹਥਿਆਰ ਲਿਆਉਣ। ਗੁਰੂ ਜੀ ਦੀਆਂ ਸੈਨਿਕ ਤਿਆਰੀਆਂ ਨੂੰ ਪਹਾੜੀ ਰਾਜੇ ਬਰਦਾਸ਼ਤ ਨਾ ਕਰ ਸਕੇ। ਬਿਲਾਸਪੁਰ ਦੇ ਰਾਜੇ ਭੀਮ ਚੰਦ ਤੇ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹ ਨੇ ਕੁਝ ਰਾਜਿਆਂ ਨੂੰ ਇਕੱਠੇ ਕਰਕੇ ਆਪ ਉੱਤੇ ਚੜ੍ਹਾਈ ਕਰ ਦਿੱਤੀ। ਭੰਗਾਣੀ ਦੇ ਸਥਾਨ 'ਤੇ 1686 ਈਸਵੀ ਵਿੱਚ ਯੁੱਧ ਹੋਇਆ ਤੇ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ। ਇਸ ਪਿੱਛੋਂ ਆਪ ਨੇ ਕਈ ਕਿਲ੍ਹੇ ਬਣਾਏ। 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਅਨੰਦਪੁਰ ਵਿੱਚ ਇੱਕ ਭਾਰੀ ਇਕੱਠ ਕੀਤਾ। ਆਪ ਨੇ ਇਸ ਭਰੇ ਦੀਵਾਨ ਵਿੱਚ 5 ਸਿਰਾਂ ਦੀ ਮੰਗ ਕੀਤੀ। 5 ਸਿੱਖਾਂ ਨੇ ਗੁਰੂ ਜੀ ਦੀ ਮੰਗ ਵਾਰੋ-ਵਾਰ ਪੂਰੀ ਕੀਤੀ। ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ 5 ਪਿਆਰਿਆਂ ਦੀ ਪਦਵੀ ਦਿੱਤੀ। ਬਾਅਦ ਵਿੱਚ ਆਪ ਨੇ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ। ਇਸ ਤਰ੍ਹਾਂ ਆਪ ਨੇ ਖਾਲਸਾ ਪੰਥ ਦੀ ਨੀਂਹ ਰੱਖੀ। ਆਪ ਨੇ ਕਿਹਾ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਗੁਰੂ ਜੀ ਨੂੰ ਮੁਗਲ ਹਾਕਮਾਂ ਵਿਰੁੱਧ ਅਨੰਦਪੁਰ, ਚਮਕੌਰ ਤੇ ਖਿਦਰਾਣਾ ਵਿਖੇ ਯੁੱਧ ਕਰਨੇ ਪਏ। ਇਹਨਾਂ ਲੜਾਈਆਂ ਵਿੱਚ ਆਪ ਨੂੰ ਅਨੰਦਪੁਰ ਛੱਡਣਾ ਪਿਆ। ਆਪ ਆਪਣੇ ਪਰਿਵਾਰ ਨਾਲੋਂ ਵਿਛੜ ਗਏ। ਆਪ ਦੇ 2 ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਨੀਹਾਂ ਵਿੱਚ ਚਿਣਵਾ ਦਿੱਤਾ। ਆਪ ਦੇ 2 ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਮਾਤਾ ਗੁਜਰੀ ਨੇ ਸਰਹੰਦ ਕਿਲ੍ਹੇ ਵਿੱਚ ਹੀ ਜਾਨ ਦੇ ਦਿੱਤੀ। ਇੰਨਾ ਕੁਝ ਹੋਣ 'ਤੇ ਵੀ ਆਪ ਨੇ ਹੌਸਲਾ ਨਾ ਹਾਰਿਆ। ਆਪ ਸਾਰੀ ਸਿੱਖ ਕੌਮ ਨੂੰ ਆਪਣਾ ਪਰਿਵਾਰ ਸਮਝਦੇ ਸਨ। ਆਪ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇੱਥੇ ਹੀ ਆਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਇਸ ਵਿੱਚ ਦਰਜ ਕੀਤਾ। ਫਿਰ ਆਪ ਨੇ ਦੀਨਾ ਕਾਂਗੜ ਨਾਂ ਦੇ ਸਥਾਨ 'ਤੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ। ਅੰਤ ਗੁਰੂ ਜੀ ਨੰਦੇੜ ਸਾਹਿਬ ਪਹੁੰਚੇ। ਇੱਥੇ ਆਪ ਨੇ ਮਾਧੋ ਦਾਸ ਬੈਰਾਗੀ ਨੂੰ ਸਿੱਧੇ ਰਸਤੇ ਪਾਇਆ।
ਆਪ ਨੇ ਉਸ ਨੂੰ ਸਿੰਘ ਸਜਾ ਕੇ ਉਸ ਦਾ ਨਾਂ ਬੰਦਾ ਬਹਾਦਰ ਰੱਖਿਆ ਤੇ ਜ਼ਾਲਮ ਮੁਗਲ ਰਾਜ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜਿਆ। ਸੰਨ 1707 ਈਸਵੀ ਨੂੰ ਇੱਕ ਮੁਸਲਮਾਨ ਨੇ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ। ਅੰਤ ਆਪ 7 ਅਕਤੂਬਰ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਆਪ ਦੁਆਰਾ ਦੇਸ਼ ਤੇ ਕੌਮ ਲਈ ਕੀਤੀ ਕੁਰਬਾਨੀ ਭਾਰਤ ਦੇ ਇਤਿਹਾਸ ਵਿੱਚ ਸਦਾ ਅਮਰ ਰਹੇਗੀ। ਉਸ ਤੋਂ ਅੱਗੇ ਪ੍ਰਸ਼ਨ ਨੰਬਰ 4 ਦੇ ਵਿੱਚ ਆਪਾਂ ਨੂੰ ਐਪਲੀਕੇਸ਼ਨ ਦੇਖਣ ਨੂੰ ਮਿਲੂਗੀ। ਤੁਹਾਡਾ ਸਾਈਕਲ ਚੋਰੀ ਹੋ ਗਿਆ ਹੈ, ਸਾਈਕਲ ਬਾਰੇ ਵੇਰਵਾ ਦਿੰਦੇ ਹੋਏ ਨੇੜੇ ਦੇ ਥਾਣੇ 'ਚ ਰਿਪੋਰਟ ਦਰਜ ਕਰਵਾਉਣ ਲਈ ਬਿਣੇ ਪੱਤਰ ਜਾਂ ਆਪਣੇ ਸ਼ਹਿਰ ਦੀ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਇੱਕ ਪੱਤਰ ਰਾਹੀਂ ਆਪਣੀ ਵਾਰਡ ਦੀਆਂ ਗਲੀਆਂ ਤੇ ਨਾਲੀਆਂ ਦੀ ਭੈੜੀ ਹਾਲਤ ਕਾਰਨ ਲੋਕਾਂ ਦੀਆਂ ਤਕਲੀਫਾਂ ਦੱਸਦੇ ਹੋਏ ਉਹਨਾਂ ਦੇ ਢੁਕਵੇਂ ਹੱਲ ਲਈ ਬੇਨਤੀ ਪੱਤਰ ਲਿਖੋ। 5 ਅੰਕਾਂ ਦੀ ਆਪਾਂ ਨੂੰ ਐਪਲੀਕੇਸ਼ਨ ਦੇਖਣ ਨੂੰ ਮਿਲੂਗੀ। ਸਾਰਿਆਂ ਤੋਂ ਪਹਿਲਾਂ ਐਡਰੈਸ ਤੁਸੀਂ ਜਿਹੜਾ ਸਹੀ ਤਰੀਕੇ ਨਾਲ ਲਿਖ ਦੇਣਾ। ਉਸ ਤੋਂ ਬਾਅਦ ਵਿਸ਼ਾ ਲਿਖ ਕੇ ਮੁਹੱਲੇ ਵਿੱਚ ਗਲੀਆਂ ਤੇ ਨਾਲੀਆਂ ਦੀ ਮੁਰੰਮਤ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਬਸਤੀ ਸ਼ੇਖ ਦੇ ਬੜਾ ਬਾਜ਼ਾਰ ਇਲਾਕੇ ਵਿੱਚ ਗਲੀਆਂ ਤੇ ਨਾਲੀਆਂ ਦੀ ਹਾਲਤ ਬੜੀ ਖਰਾਬ ਹੈ। ਗਲੀਆਂ ਵਿੱਚ ਥਾਂ-ਥਾਂ ਤੇ ਟੋਏ ਪਏ ਹੋਏ ਹਨ, ਉਹਨਾਂ ਵਿੱਚ ਕਿਤੇ ਪੱਥਰ ਵੱਟੇ ਪਏ ਹਨ ਤੇ ਕਿਤੇ ਗੰਦ-ਮੰਦ ਦੇ ਢੇਰ। ਨਾਲੀਆਂ ਦੀ ਬੁਰੀ ਹਾਲਤ ਕਾਰਨ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ, ਜਿਸ ਕਰਕੇ ਗਲੀਆਂ ਵਿੱਚ ਥਾਂ-ਥਾਂ ਪਾਣੀ ਦੀਆਂ ਛੱਪੜੀਆਂ ਭਰੀਆਂ ਰਹਿੰਦੀਆਂ ਹਨ ਤੇ ਉੱਥੋਂ ਸਾਈਕਲ, ਸਕੂਟਰ ਜਾਂ ਮੋਟਰਸਾਈਕਲ ਲੈ ਕੇ ਲੰਘਣਾ ਤਾਂ ਇੱਕ ਪਾਸੇ ਰਿਹਾ ਬੰਦਾ ਪੈਦਲ ਵੀ ਨਹੀਂ ਲੰਘ ਸਕਦਾ। ਇਸ ਕਰਕੇ ਮੁਹੱਲੇ ਵਾਲਿਆਂ ਨੂੰ ਬਹੁਤ ਤਕਲੀਫ ਹੈ। ਇੱਥੇ ਫੈਲੀ ਗੰਦਗੀ ਕਾਰਨ ਕਿਸੇ ਬਿਮਾਰੀ ਦੇ ਫੈਲਣ ਦਾ ਖਤਰਾ ਵੀ ਹੈ। ਉਪਰੋਕਤ ਵੇਰਵੇ ਦੀ ਰੋਸ਼ਨੀ ਵਿੱਚ ਆਪ ਨੂੰ ਬੇਨਤੀ ਹੈ ਕਿ ਆਪ ਸਾਡੇ ਮੁਹੱਲੇ ਦੀਆਂ ਗਲੀਆਂ ਤੇ ਨਾਲੀਆਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਾਉਣ ਦਾ ਪ੍ਰਬੰਧ ਕਰੋ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋ ਸਕਣ। ਆਪ ਜੀ ਦਾ ਵਿਸ਼ਵਾਸ ਪੱਤਰ। ਜੇਕਰ ਆਪਾਂ ਨੂੰ ਨਾਮ ਉੱਪਰ ਐਪਲੀਕੇਸ਼ਨ ਦੇ ਹੈਡਿੰਗ 'ਚ ਦਿੱਤਾ ਤਾਂ ਉਹ ਲਿਖਣਾ, ਨਹੀਂ ਤਾਂ ਤੁਸੀਂ ਆਪਦਾ ਨਾਮ ਵੀ ਜਿਹੜਾ ਐਂਟਰ ਇੱਥੇ ਕਰ ਸਕਦੇ ਹੋ। ਉਸ ਤੋਂ ਅੱਗੇ ਪ੍ਰਸ਼ਨ ਨੰਬਰ 5 ਹੈਗਾ, ਹੇਠ ਲਿਖੇ ਪੈਰੇ ਦਾ ਢੁਕਵਾਂ ਸਿਰਲੇਖ ਦਿਓ ਅਤੇ ਇਸ ਪੈਰੇ ਦੀ ਸੰਖੇਪ ਰਚਨਾ ਕਰੋ। 4 ਅੰਕਾਂ ਦਾ ਜਿਹੜਾ ਆਪਾਂ ਨੂੰ ਸੰਖੇਪ ਰਚਨਾ ਵਾਲਾ ਪ੍ਰਸ਼ਨ ਪੁੱਛਿਆ ਜਾਊਗਾ। ਆਪਾਂ ਨੂੰ ਪੈਰਾ ਦਿੱਤਾ ਗਿਆ, ਵਿੱਦਿਆ ਪੜ੍ਹਨ ਨਾਲ ਮਨ ਪ੍ਰਸੰਨ ਹੁੰਦਾ ਹੈ, ਗੱਲਬਾਤ ਵਿੱਚ ਸਲੀਕਾ ਆਉਂਦਾ ਹੈ ਅਤੇ ਲਿਆਕਤ ਵੀ ਵੱਧਦੀ ਹੈ। ਵਿਹਲੇ ਸਮੇਂ ਵਿੱਦਿਆ ਪੜ੍ਹਨ ਦਾ ਮੁੱਖ ਉਪਯੋਗ ਉਸ ਦੁਆਰਾ ਆਨੰਦ ਪ੍ਰਾਪਤ ਕਰਨ ਵਿੱਚ ਹੁੰਦਾ ਹੈ। ਵਿੱਦਿਆ ਪੜ੍ਹਨ ਨਾਲ ਮਨੁੱਖ ਦੇ ਸੁਭਾਵਿਕ ਗੁਣ ਹੋਰ ਵਿਕਸਿਤ ਹੁੰਦੇ ਹਨ ਅਤੇ ਅਨੁਭਵ ਨਾਲ ਖੁਦ ਵਿੱਦਿਆ ਦਾ ਅਭਿਆਸ ਪੂਰਨਤਾ ਨੂੰ ਪਹੁੰਚਾਉਂਦਾ ਹੈ। ਮਨੁੱਖ ਦੀ ਸੁਭਾਵਿਕ ਬੁੱਧ ਆਪਣੇ ਆਪ ਉੱਗਣ ਵਾਲੇ ਬੂਟਿਆਂ ਵਾਂਗ ਹੈ। ਇਸ ਤਰ੍ਹਾਂ ਦੇ ਬੂਟਿਆਂ ਨੂੰ ਛਾਂਗਣ ਨਾਲ ਜਿਸ ਤਰ੍ਹਾਂ ਉਹ ਵਧੇਰੇ ਬਲਵਾਨ ਹੁੰਦੇ ਹਨ, ਉਸੇ ਤਰ੍ਹਾਂ ਦਾ ਕੰਮ ਵਿੱਦਿਆ ਕਰਦੀ ਹੈ। ਵਿੱਦਿਆ ਦਾ ਉਪਯੋਗ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਇਹ ਗੱਲ ਕੇਵਲ ਪੜ੍ਹਨ ਨਾਲ ਹੀ ਨਹੀਂ ਜਾਣੀ ਜਾ ਸਕਦੀ। ਇਸ ਨੂੰ ਜਾਣਨ ਲਈ ਵਿੱਦਿਆ ਦੇ ਨਾਲ ਬੁੱਧੀ ਦੀ ਵੀ ਲੋੜ ਪੈਂਦੀ ਹੈ, ਕਿਉਂਕਿ ਵਿੱਦਿਆ ਦਾ ਵਿਕਾਸ ਅਨੁਭਵ ਨਾਲ ਹੁੰਦਾ ਹੈ। ਇਸ ਲਈ ਉਸ ਨੂੰ ਵਰਤੋਂ ਵਿੱਚ ਲਿਆਉਣ ਲਈ ਅਨੁਭਵ ਪ੍ਰਾਪਤ ਕਰਨਾ ਵੀ ਬਹੁਤ ਜ਼ਰੂਰੀ ਹੈ। ਉਸ ਤੋਂ ਅੱਗੇ ਹੈਗਾ ਉੱਤਰ ਸਿਰਲੇਖ ਵਿੱਦਿਆ ਪੜ੍ਹਨਾ। ਸੰਖੇਪ ਰਚਨਾ। ਵਿੱਦਿਆ ਪੜ੍ਹਨ ਨਾਲ ਮਨ ਪ੍ਰਸੰਨ ਹੁੰਦਾ ਹੈ, ਗੱਲਬਾਤ ਵਿੱਚ ਸਲੀਕਾ ਆਉਂਦਾ ਹੈ ਤੇ ਲਿਆਕਤ ਵੱਧਦੀ ਹੈ। ਇਸ ਨਾਲ ਮਨੁੱਖ ਦੇ ਸੁਭਾਵਿਕ ਗੁਣ ਹੋਰ ਵਿਕਸਿਤ ਹੁੰਦੇ ਹਨ ਤੇ ਅਨੁਭਵ ਨਾਲ ਵਿੱਦਿਆ ਦਾ ਅਭਿਆਸ ਪੂਰਨ ਹੁੰਦਾ ਹੈ। ਵਿੱਦਿਆ ਪੜ੍ਹਨ ਨਾਲ ਕਈ ਨਿਯਮ ਪਤਾ ਲੱਗਦੇ ਹਨ, ਪਰ ਅਨੁਭਵ ਨਾਲ ਇਹਨਾਂ ਦੀ ਯੋਗ ਵਰਤੋਂ ਦਾ ਪਤਾ ਲੱਗਦਾ ਹੈ। ਵਿੱਦਿਆ ਦੇ ਉਪਯੋਗ ਦਾ ਪਤਾ ਬੁੱਧੀ ਤੇ ਅਨੁਭਵ ਨਾਲ ਹੀ ਲੱਗਦਾ ਹੈ। ਉਸ ਤੋਂ ਅੱਗੇ ਆਪਾਂ ਕੋਲ ਪ੍ਰਸ਼ਨ ਨੰਬਰ 6 ਹੈਗਾ, ਇੱਕ ਹੋਰ ਜਿਹੜਾ ਆਪਾਂ ਨੂੰ ਪੁੱਛਿਆ ਗਿਆ ਪੈਰਾ, ਪ੍ਰਸਿੱਧ ਵਿਗਿਆਨਕਾਰ ਪਣਨੀ ਜਿਸ ਦੀ ਲਿਖੀ ਹੋਈ ਪੁਸਤਕ ਦਾ ਨਾਂ ਅਸ਼ਟਾਧਿਆਈ ਸੀ, ਸੰਸਕ੍ਰਿਤ ਵਿਆਕਰਣ। ਇਹ ਜਿਹੜਾ ਪੈਰਾ ਦਿੱਤਾ ਗਿਆ, ਇਸ 'ਚੋਂ ਆਪਾਂ ਨੀਚੇ ਜਿਹੜੇ ਪ੍ਰਸ਼ਨ ਦਿੱਤੇ ਨੇ ਉਹਨਾਂ ਦਾ ਆਨਸਰ ਦੇਣਾ ਗਾ। ਸਾਰਿਆਂ ਤੋਂ ਪਹਿਲਾਂ ਹੈਗਾ ਆਪਣਾ ਪਾਣੀਨੀ ਦੀ ਪ੍ਰਸਿੱਧ ਕਿਹੜੀ ਗੱਲੋਂ ਹੋਈ ਹੈ। ਦੀ ਪ੍ਰਸਿੱਧੀ ਕਿਹੜੀ ਗੱਲੋਂ ਹੋਈ ਹੈ, ਇਸ ਦਾ ਆਨਸਰ ਹੈਗਾ ਪਾਣੀਨੀ ਦੀ ਪ੍ਰਸਿੱਧੀ ਸੰਸਕ੍ਰਿਤ ਵਿਆਕਰਣ ਦਾ ਸਭ ਤੋਂ ਵੱਡਾ ਵਿਦਵਾਨ ਹੋਣ ਕਰਕੇ ਹੋਈ। ਸੈਕਿੰਡ ਹੈਗਾ ਪਾਣੀਨੀ ਦੀ ਰਚਨਾ ਨੂੰ ਈਸ਼ਵਰੀ ਗਿਆਨ ਕਾਰਨ ਹੋਈ ਕਿਉਂ ਆਖਿਆ ਜਾਂਦਾ ਹੈ। ਇਸ ਦਾ ਆਨਸਰ ਹੈਗਾ ਪਾਣੀਨੀ ਦੀ ਰਚਨਾ ਨੂੰ ਈਸ਼ਵਰੀ ਗਿਆਨ ਕਾਰਨ ਹੋਈ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਉਸ ਬਾਰੇ ਇਹ ਪ੍ਰਸਿੱਧ ਹੈ ਕਿ ਉਸ ਨੂੰ ਇਸ ਪੁਸਤਕ ਸੰਬੰਧੀ ਗਿਆਨ ਸ਼ਿਵਜੀ ਤੋਂ ਪ੍ਰਾਪਤ ਹੋਇਆ। ਤੀਜਾ ਕੁਐਸਚਨ ਹੈਗਾ ਕਿਹੜੀ ਗੱਲੋਂ ਪਤਾ ਲੱਗਦਾ ਹੈ ਕਿ ਪਾਣੀਨੀ ਪਹਿਲਾ ਵਿਆਕਰਣਕਾਰ ਨਹੀਂ ਸੀ। ਇਸ ਦਾ ਆਨਸਰ ਹੈਗਾ ਪਾਣੀਨੀ ਆਪਣੀ ਪੁਸਤਕ ਵਿੱਚ ਕਈ ਵਿਆਕਰਣਕਾਰਾਂ ਦੇ ਨਾਂ ਲਿਖਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਪਹਿਲਾ ਵਿਆਕਰਣਕਾਰ ਨਹੀਂ ਸੀ। ਉਸ ਤੋਂ ਅੱਗੇ ਪ੍ਰਸ਼ਨ 7 ਹੈਗਾ ਹੇਠ ਦਿੱਤੇ ਮੁਹਾਵਰਿਆਂ 'ਚੋਂ 3 ਨੂੰ
ਇਸ ਤਰ੍ਹਾਂ ਵਾਕਾਂ ਵਿੱਚ ਵਰਤੋ ਕਿ ਅਰਥ ਸਪਸ਼ਟ ਹੋ ਜਾਣ। ਪਹਿਲਾ ਹੈਗਾ ਆਪਣਾ 9 ਮਾਸ ਦਾ ਰਿਸ਼ਤਾ ਹੋਣਾ। ਆਨਸਰ ਹੈਗਾ ਭਾਰਤ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ 9 ਮਾਸ ਦਾ ਰਿਸ਼ਤਾ ਹੈ ਜਿਸ ਨੂੰ ਕੋਈ ਤੋੜ ਨਹੀਂ ਸਕਦਾ। ਸੈਕਿੰਡ ਹੈਗਾ ਆਪਣਾ ਪੱਲਾ ਝਾੜਨਾ। ਸ਼ਾਮ ਲਾਲ ਦੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਸਾਧੂ ਬਣ ਗਿਆ। ਨੰਬਰ 3 ਹੈਗਾ ਫੂਲੇ ਨਾ ਸਮਾਉਣਾ। ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸਦੇ ਮਾਮਾ ਜੀ ਅਮਰੀਕਾ ਤੋਂ ਆ ਰਹੇ ਹਨ ਤਾਂ ਉਹ ਖੁਸ਼ੀ ਵਿੱਚ ਫੁੱਲੀ ਨਹੀਂ ਸੀ ਸਮਾ ਰਹੀ। ਉਸ ਤੋਂ ਅੱਗੇ ਪ੍ਰਸ਼ਨ 8 ਆਪਾਂ ਨਾ ਹੈਗਾ ਹੇਠ ਦਿੱਤੇ ਵਾਕਾਂ ਵਿੱਚੋਂ ਕਿਸੇ 2 ਵਾਕਾਂ ਦੇ ਵਿਸਰਾਮ ਚਿੰਨ੍ਹ ਲਗਾਓ। 2 ਅੰਕਾਂ ਦਾ ਜਿਹੜਾ ਆਪਾਂ ਨੂੰ ਪੁੱਛੇ ਜਾਣਗੇ। ਇੱਕ ਹੈਗਾ ਸਾਰਿਆਂ ਤੋਂ ਪਹਿਲਾਂ ਹੈਗਾ ਅੱਛਾ ਤਾਂ ਤੇਰੇ ਮਾਤਾ ਜੀ MA ਹਨ। ਇਸ ਦੇ ਪਿੱਛੇ ਜਿਹੜਾ ਆਪਾਂ ਨੂੰ ਅੱਛਾ ਦੇ ਅੱਗੇ ਕੁਐਸਚਨ ਮਾਰਕ ਅਤੇ ਲਾਸਟ ਦੇ ਵਿੱਚ ਹਨ ਤੋਂ ਬਾਅਦ ਡੰਡੀ ਜਿਹੜੀ ਲੱਗੂਗੀ। ਇਹ ਵੀ ਤੁਸੀਂ ਕਰ ਸਕਦੇ ਹੋ, ਕਿਸੇ 2 ਨੂੰ ਕਰਨਾ ਹੈ। ਉਸ ਤੋਂ ਅੱਗੇ ਹੈਗਾ ਹੇਠ ਦਿੱਤੇ ਵਾਕਾਂ ਵਿੱਚੋਂ ਕਿਸੇ ਇੱਕ ਦੇ ਲਿੰਗ ਅਤੇ ਵਚਨ ਬਦਲ ਕੇ ਵੱਖਰੇ ਵੱਖਰੇ ਵਾਕ ਬਣਾਓ। ਸਾਰਿਆਂ ਤੋਂ ਪਹਿਲਾਂ ਹੈਗਾ ਰਾਜਕੁਮਾਰ ਆਪਣੇ ਮਿੱਤਰਾਂ ਦਰਜੀ ਨਾਈ ਅਤੇ ਤਰਖਾਣ ਨੂੰ ਨਾਲ ਲੈ ਕੇ ਯਾਤਰਾ 'ਤੇ ਚੱਲ ਪਿਆ। ਲਿੰਗ ਬਦਲ ਕੇ ਜਿਹੜਾ ਹੈਗਾ ਇਸ ਦਾ ਰਾਜਕੁਮਾਰੀ ਆਪਣੀਆਂ ਸਹੇਲੀਆਂ ਦਰਜਨ ਨਾਈਨ ਅਤੇ ਤਰਖਾਣੀ ਨੂੰ ਨਾਲ ਲੈ ਕੇ ਯਾਤਰਾ 'ਤੇ ਚੱਲ ਪਈ। ਅਤੇ ਵਚਨ ਬਦਲ ਕੇ ਹੈਗਾ ਰਾਜਕੁਮਾਰ ਆਪਣੇ ਮਿੱਤਰਾਂ ਦਰਜੀਆਂ ਨਾਈਆਂ ਅਤੇ ਤਰਖਾਣਾਂ ਨੂੰ ਨਾਲ ਲੈ ਕੇ ਯਾਤਰਾਵਾਂ 'ਤੇ ਚੱਲ ਪਏ। ਸੈਕਿੰਡ ਹੈਗਾ ਆਪਣਾ ਆਦਰਸ਼ਕ ਅਧਿਆਪਕ ਵਿਦਿਆਰਥੀਆਂ ਦੀ ਉੱਨਤੀ ਦੇ ਨਾਲ ਨਾਲ ਸਕੂਲ ਸੰਸਥਾਵਾਂ ਦੀ ਵੀ ਚੌਪੱਖੀ ਉੱਨਤੀ ਕਰਦੇ ਹਨ। ਤਾਂ ਇਸ ਦਾ ਜਿਹੜਾ ਆਨਸਰ ਇਸ ਦੇ ਵਿੱਚ ਨਹੀਂ ਹੈਗਾ। ਤਾਂ ਇਹ ਸੀ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ 20 ਦਾ ਸੈਂਪਲ ਪੇਪਰ ਵਿਦ ਸੋਲਿਊਸ਼ਨ। ਇਸ ਤਰ੍ਹਾਂ ਦੇ ਹੋਰ ਸੈਂਪਲ ਪੇਪਰ ਵੀ ਆਪਾਂ ਅਪਲੋਡ ਕਰਾਂਗੇ, ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ 'ਤੇ ਪ੍ਰੈਸ ਕਰ ਲੈਣਾ। ਜੇਕਰ ਤੁਹਾਨੂੰ ਵੀ PDF ਚਾਹੀਦਾ ਤਾਂ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ।